ਪਿਆਰੇ ਬੱਚਿਓ, ਅੱਜ ਅਸੀਂ 9ਵੀਂ ਜਮਾਤ ਦੀ ਸਾਹਿਤਮਾਲਾ ਦੀ ਪਾਠ ਪੁਸਤਕ ਵਿੱਚ ਦਰਜ ਵਾਰਤਕ ਭਾਗ ਵਿੱਚੋਂ ਬੇਬੇ ਜੀ ਪੜ੍ਹਨ ਜਾ ਰਹੇ ਹਾਂ, ਜਿਹੜਾ ਕਿ ਡਾਕਟਰ ਹਰਪਾਲ ਸਿੰਘ ਪੰਨੂ ਦੁਆਰਾ ਲਿਖਿਆ ਗਿਆ ਹੈ। 4-5 ਸਾਲ ਦੀ ਉਮਰ ਤੱਕ ਤਾਂ ਆਪਣਾ ਬਚਪਨ ਮੈਨੂੰ ਯਾਦ ਹੈ। ਬੇਬੇ ਸਿਰ ਉੱਪਰ ਘੜਾ ਚੁੱਕੀ ਖੂਹ ਉੱਪਰ ਪਾਣੀ ਭਰਨ ਜਾਂਦੀ ਤਾਂ ਹਰ ਗੇੜ ਮੈਂ ਉਸ ਦੇ ਕਮੀਜ਼ ਦੀ ਕੰਨੀ ਫੜੀ ਨਾਲ ਤੁਰੀ ਜਾਂਦਾ। ਕਈ ਵਾਰ ਲੱਤਾਂ ਵਿੱਚ ਉਲਝ ਕੇ ਡਿੱਗਦਾ ਤੇ ਬੇਬੇ ਡਿੱਗਣੋਂ ਮਸਾਂ ਬਚਦੀ। ਜਦੋਂ ਬੇਬੇ ਘਰ ਵਿੱਚ ਹੁੰਦੀ ਤਾਂ ਦਿਨ ਰਾਤ ਤਿਉਹਾਰਾਂ ਵਰਗੇ ਹੁੰਦੇ। ਪੜ੍ਹਦੇ ਲਿਖਦੇ ਖੇਡਦੇ ਡੰਗਰ ਚਾਰਦੇ ਖੇਤੀ ਵਿੱਚ ਹੱਥ ਵਟਾਉਂਦੇ ਦਰਖਤਾਂ 'ਤੇ ਚੜ੍ਹਦੇ ਉਤਰਦੇ ਛਾਲਾਂ ਮਾਰਦੇ, ਨਹਿਰ ਵਿੱਚ ਛਾਲਾਂ ਮਾਰਦੇ ਰੇਤ ਵਿੱਚ ਲਿਟਦੇ। ਫਿਰ ਨਹਿਰ ਵਿੱਚ ਛਾਲ ਸੱਟ ਫੇਟ ਬਿਮਾਰੀ ਨੇੜ ਤੇੜ ਨਹੀਂ ਸੀ। ਜਿਉਂਦਾ ਜਾਗਦਾ ਪੂਰਾ ਘਰ ਹੁੰਦਾ। ਜਦੋਂ ਕਈ ਦੀ ਬੇਬੇ ਰਿਸ਼ਤੇਦਾਰ ਵਿੱਚ ਗਈ 2-4 ਦਿਨ ਨਾ ਆਉਂਦੀ ਤਾਂ ਅਸੀਂ ਚੁੱਪਚਾਪ ਗੁੰਮ-ਸੁੰਮ ਜੇ ਫਿਰਦੇ ਰਹਿੰਦੇ ਇੱਧਰ ਉੱਧਰ। ਆਪਸ ਵਿੱਚ ਗੱਲ ਕਰਨੀ ਵੀ ਚੰਗੀ ਨਾ ਲੱਗਦੀ। ਬਾਪੂ ਦਾ ਸੁਭਾਅ ਸਖਤ ਸੀ, ਪਰ ਉਹ ਖਿਆਲ ਰੱਖਦਾ ਕਿ ਕਦੋਂ ਇਹਨਾਂ ਦੀ ਮਾਂ ਘਰ ਨਾ ਹੋਵੇ। ਜਦੋਂ ਇਹਨਾਂ ਦੀ ਮਾਂ ਘਰ ਨਾ ਹੋਵੇ ਤਾਂ ਬੱਚੇ ਝਿੜਕਣੇ ਨਹੀਂ, ਕਿਉਂਕਿ ਫਿਰ ਰੋਣੋਂ ਨਹੀਂ ਹਟਣਗੇ। ਜਦੋਂ ਕਦੀ ਵੇਲੇ ਸਿਰ ਬੇਬੇ ਸਾਡੇ ਲਈ ਨਵੇਂ ਕੱਪੜੇ ਨਾ ਖਰੀਦ ਸਕਦੀ ਜਾਂ ਵੇਲੇ ਸਿਰ ਕਿਤਾਬਾਂ ਕਾਪੀਆਂ ਵਾਸਤੇ ਪੈਸੇ ਨਾ ਹੁੰਦੇ ਤਾਂ ਉਦੋਂ ਰੋਂਦੀ। ਜਦੋਂ ਸਕੂਲ ਚਲੇ ਜਾਂਦੇ, ਇਹੋ ਜਿਹੇ ਮੌਕਿਆਂ 'ਤੇ ਉਹ ਸਾਡੇ ਨਾਨਕੇ ਜਾ ਪੁੱਜਦੀ। ਮਾਮੇ ਚੰਗੇ ਵਾਹੀਕਾਰ ਸਨ ਤੇ ਦੋਹਾਂ ਕੋਲ 50 ਏਕੜ ਜ਼ਮੀਨ ਸੀ। ਉੱਥੋਂ ਕਦੀ ਖਾਲੀ ਮੁੜਨ ਦਾ ਸਵਾਲ ਹੀ ਨਹੀਂ ਸੀ। ਦੁੱਧੋਂ ਹਟੀ ਮੱਝ ਜਾਂ ਗਾਂ ਲੈ ਜਾਂਦੇ ਤੇ ਤਾਜ਼ੀ ਸੂਈ ਮੱਝ ਛੱਡ ਜਾਂਦੇ। ਘਿਓ ਦਿੰਦੇ, ਖੋਆ ਦਿੰਦੇ, ਘੋੜੀ ਉੱਪਰ ਝੂਟੇ ਦਿੰਦੇ। ਹੋਰ ਸਵਰਗ ਕਿਹੋ ਜਿਹਾ ਹੋਇਆ ਕਰਦਾ ਹੈ। ਇਸ ਵਿੱਚ ਲੇਖਕ ਦੱਸਦਾ ਆਪਣੀ ਬੇਬੇ ਜੀ ਬਾਰੇ ਕਿ ਜਿਹੜੀ ਬੇਬੇ ਸੀ, ਜਦੋਂ ਅਸੀਂ ਛੋਟੇ ਹੁੰਦੇ ਸੀ ਅਸੀਂ ਉਸਦੀ ਕੰਨੀ ਫੜ ਕੇ ਉਸਦੇ ਨਾਲ ਜਾਂਦੇ ਜਿੱਧਰ ਉਹਨੇ ਜਾਣਾ ਹੁੰਦਾ। ਅਤੇ ਸਾਨੂੰ ਕਹਿੰਦੇ ਉਹਨਾਂ ਦੇ ਨਾਲ ਰਹਿੰਦੇ ਸਾਨੂੰ ਜਿਹੜੇ ਆਪਣੇ ਦਿਨ ਸੀ ਤਿਉਹਾਰਾਂ ਵਰਗੇ ਲੱਗਦੇ ਸੀ। ਅਸੀਂ ਕਹਿੰਦੇ ਬੇਬੇ ਨਾਲ ਕੰਮਾਂ ਵਿੱਚ ਹੱਥ ਵੀ ਵਟਾਉਂਦੇ। ਦਿਨ ਰਾਤ ਤਿਉਹਾਰਾਂ ਵਰਗੇ ਹੁੰਦੇ ਸੀ। ਕਦੀ ਖੇਤੀ ਵਿੱਚ ਹੱਥ ਵਟਾਉਣਾ, ਦਰਖਤਾਂ 'ਤੇ ਚੜ੍ਹਨਾ, ਖੇਡਣਾ, ਸੂਏ ਵਿੱਚ ਛਾਲਾਂ ਮਾਰਨੀਆਂ, ਇਸ ਤਰ੍ਹਾਂ। ਪਰ ਜਦੋਂ ਕਦੀ ਬੇਬੇ 2-3 ਦਿਨ ਘਰ ਨਾ ਆਉਂਦੀ, ਕਿਸੇ ਰਿਸ਼ਤੇਦਾਰੀ ਵਿੱਚ ਗਈ ਹੁੰਦੀ, ਤਾਂ ਸਾਨੂੰ ਘਰ ਵਿੱਚ ਰਹਿਣਾ ਚੰਗਾ ਨਾ ਲੱਗਦਾ ਅਤੇ ਨਾ ਹੀ ਇੱਕ ਦੂਜੇ ਨਾਲ ਗੱਲ ਕਰਨੀ ਚੰਗੀ ਲੱਗਦੀ। ਜਿਹੜਾ ਬਾਪੂ ਦਾ ਸੁਭਾਅ ਸੀ ਥੋੜ੍ਹਾ ਸਖਤ ਸੀ, ਪਰ ਸਾਨੂੰ ਝਿੜਕਦਾ ਨਹੀਂ ਸੀ, ਕਿਉਂਕਿ ਪਤਾ ਸੀ ਕਿ ਇਹਨਾਂ ਨੇ ਰੋਣੋਂ ਹਟਣਾ ਨਹੀਂ। ਜਦੋਂ ਕਦੇ ਸਾਡੇ ਪੜ੍ਹਨ ਲਈ ਕੋਈ ਕਿਤਾਬਾਂ ਕਾਪੀਆਂ ਜੋਗੇ ਪੈਸੇ ਨਾ ਹੁੰਦੇ ਤਾਂ ਉਦੋਂ ਜਿਹੜੀ ਬੇਬੇ ਸੀ ਰੋਂਦੀ ਸੀ। ਫਿਰ ਜਦੋਂ ਅਸੀਂ ਸਕੂਲ ਜਾਂਦੇ ਸੀ ਤਾਂ ਸਾਡੇ ਤੋਂ ਪਿੱਛੋਂ ਨਾਨਕੇ ਜਾ ਕੇ ਸਾਰਾ ਕੁਝ ਦੱਸਦੀ। ਪਰ ਜਿਹੜੇ ਨਾਨਕੇ ਸੀ ਚੰਗੇ ਵਾਹੀਕਾਰ ਸੀ। ਉਹਨਾਂ ਕੋਲ 50 ਏਕੜ ਦੇ ਕਰੀਬ ਜ਼ਮੀਨ ਸੀ ਅਤੇ ਉੱਥੋਂ ਖਾਲੀ ਮੁੜਨ ਦੀ ਤਾਂ ਕੋਈ ਗੱਲ ਹੀ ਨਹੀਂ ਸੀ। ਉਹ ਸਾਡੀ ਪੂਰੀ ਮਦਦ ਕਰਦੇ। ਦੁੱਧੋਂ ਹਟੀ ਮੱਝ ਗਾਂ ਸਾਡੇ ਕੋਲੋਂ ਲੈ ਜਾਂਦੇ ਅਤੇ ਤਾਜ਼ੀ ਸੂਈ ਮੱਝ ਗਾਂ ਸਾਡੇ ਕੋਲ ਛੱਡ ਜਾਂਦੀ। ਘਿਓ ਖੋਇਆ ਸਾਨੂੰ ਖਾਣ ਨੂੰ ਵਾਧੂ ਦਿੰਦੇ। ਘੋੜੀਆਂ 'ਤੇ ਝੂਟੇ ਵੀ ਦਿੰਦੇ ਅਤੇ ਹੋਰ ਕਹਿੰਦੇ ਸਵਰਗ ਕਿਹੋ ਜਿਹਾ ਹੁੰਦਾ ਹੈ। ਇੱਕ ਵਾਰ ਘਰ ਵਿੱਚ ਤੰਗੀ ਹੋਣ ਕਰਕੇ ਮੈਨੂੰ ਨਾਨਕੇ ਤੋਰ ਦਿੱਤਾ। ਬੇਬੇ ਨੇ ਤੋਰਦਿਆਂ ਹੋਇਆਂ ਕਿਹਾ, ਅਕਲ ਨਾਲ ਹਲੀਮੀ ਨਾਲ ਗੱਲ ਕਰੀ, ਤੇਰੀ ਮਾਮੀ ਚੰਗੀ ਹੈ ਬੜੀ, ਉਹਦੇ ਨਾਲ ਅੱਡ ਗੱਲ ਕਰੀ, ਮਾਮੇ ਨਾਲ ਅੱਡ ਜਾ, ਗੁਰੂ ਰਾਖਾ। ਬੇਬੇ ਦੀ ਸਿੱਖਿਆ ਅਨੁਸਾਰ ਮੈਂ ਸਾਰੀ ਗੱਲਬਾਤ ਆਪਣੀ ਪੜ੍ਹਾਈ ਬਾਰੇ ਸੁਣਾਈ। ਪਟਿਆਲੇ ਪੜ੍ਹਦੇ ਮੈਂ ਮਹੀਨੇ ਵਿੱਚ ਇੱਕ ਵਾਰ ਨਾਨਕੇ ਜਾਂਦਾ, ਦੂਜੀ ਵਾਰ ਦਾਦਕੇ। ਪਿੰਡ ਜਦੋਂ ਮੈਂ ਪਟਿਆਲੇ ਦੀ ਬੱਸ ਫੜਨ ਤੁਰਦਾ ਤਾਂ ਬੇਬੇ ਦੀਆਂ ਅੱਖਾਂ ਝਲਕਦੀਆਂ। ਮੈਂ ਖੂਬ ਹੱਸਦਾ ਤੇ ਪੁੱਛਦਾ, ਕੋਈ ਸਰਹੱਦ ਉੱਪਰ ਜੰਗ ਲੜਨ ਚੱਲਿਆ ਹਾਂ ਜੋ ਰੋਣ ਧੋਣ ਸ਼ੁਰੂ ਹੋ ਗਿਆ। ਬੇਬੇ ਅੱਖਾਂ ਪੂੰਝ ਕੇ ਆਖਦੀ, ਕਟੜੂ ਵਛੜੂ ਸਰਹੱਦਾਂ ਉੱਪਰ ਦੁਸ਼ਮਣ ਨਾਲ ਲੜਨ ਨਹੀਂ ਜਾਂਦੇ। ਕਟੜੂ ਵਛੜੂ ਹੁੰਦੇ ਨੇ ਜਿਹੜੇ ਮੱਝਾਂ ਗਾਵਾਂ ਦੇ ਛੋਟੇ ਛੋਟੇ ਫਲ, ਜਿਹੜੇ ਕੱਟੀ ਵੱਛੀ। ਤੂੰ ਦੇਖਿਆ ਨਹੀਂ, ਅੱਖਾਂ ਤੋਂ ਦੂਰ ਹੋਣ ਲੱਗਾ ਤਾਂ ਗਾਵਾਂ ਮੱਝਾਂ ਰੰਬਣ ਰਿੰਗਣ ਲੱਗਦੀਆਂ ਹਨ, ਰੱਸੇ ਚੜਾਉਂਦੀਆਂ ਹਨ। ਪਸ਼ੂ ਪੰਛੀ ਤੱਕ ਸਭ ਮਾਵਾਂ ਇਹ ਜਾਣਦੀਆਂ ਹਨ ਕਿ ਜਿੱਥੇ ਤੱਕ ਬੱਚੇ ਨਜ਼ਰ ਵਿੱਚ ਹਨ ਸਭ ਠੀਕ ਹੈ। ਅੱਖੋਂ ਪਰੋਖੇ ਦੁਸ਼ਮਣ ਦੀ ਸਰਹੱਦ ਹੁੰਦੀ ਹੈ, ਕੀ ਪਤਾ ਕਦ ਕੀ ਵਾਪਰ ਜਾਏ। ਤੈਨੂੰ ਇਹਨਾਂ ਗੱਲਾਂ ਦੀ ਅਜੇ ਸਮਝ ਨਹੀਂ, ਹੋ ਸਕਦਾ ਹੈ ਕਦੇ ਵੀ ਨਾ ਸਮਝ ਸਕੇ, ਕਿਉਂਕਿ ਤੇਰੀ ਕਿਸਮਤ ਵਿੱਚ ਮਾਂ ਹੋਣਾ ਨਹੀਂ ਲਿਖਿਆ ਹੋਇਆ। ਫਿਰ ਉਹ ਅਸੀਸ ਦੇ ਕੇ ਤੋਰਦੀ। ਬੇਬੇ ਦੱਸਿਆ ਕਰਦੀ, ਤੇਰੀ ਛੋਟੀ ਮਾਮੀ ਗੁਰਦਿਆਲ ਕੌਰ ਦਾ ਰੰਗ ਧੁੱਪ ਵਰਗਾ ਸੀ, ਲਾਲੀਆਂ ਝੜਦੀਆਂ ਸਨ ਮੂੰਹ 'ਤੇ, ਹੀਰ ਸੀ ਬਸ, ਮਿਹਨਤ ਨਾਲ ਘੜੀ ਰੱਬ ਨੇ। ਕੰਧ ਤੋਂ ਉਤਰ ਕੇ ਜਿਵੇਂ ਕੋਈ ਤਸਵੀਰ ਤੁਰਨ ਲੱਗੇ। ਭਾਬੀ ਕਾਨੂੰ ਮੇਰੀ ਤਾਂ ਸਹੇਲੀ ਸੀ। ਮੈਂ ਇੱਕ ਦਿਨ ਕਿਹਾ, ਕੁੜੇ ਖਿਆਲ ਰੱਖੀ ਮੇਰਾ, ਤੇਰੀ ਇਹ ਨਣਦ ਗਰੀਬਣੀ ਹੈ। ਉਹ ਮੇਰੀ ਪੈਰੀ ਚੁੰਨੀ ਰੱਖ ਕੇ ਬੋਲੀ, ਮੈਂ ਕਾਹਦਾ ਇਸ ਘਰ ਦੀ ਮਾਲਕਣ, ਮੈਂ ਤਾਂ ਬਾਦੀ ਹਾਂ। ਬਾਦੀ ਮਤਲਬ ਕਿ ਗੋਲੀ ਜਾਂ ਦਾਸੀ। ਤੁਹਾਡੀ ਸਾਰਿਆਂ ਦੀ ਬਾਦੀ ਰਹੂੰਗੀ ਉਮਰ ਭਰ। ਦੁਸਹਿਰੇ ਤੋਂ ਪਹਿਲਾਂ ਸਾਡੇ ਕੱਚੇ ਘਰ ਦੀ ਲਿਪਾ ਪੋਚੀ ਦਾ ਕੰਮ ਸ਼ੁਰੂ ਹੋ ਜਾਂਦਾ। ਅਸੀਂ ਸਾਰੇ ਰਲ ਕੇ ਕੰਮ ਕਰਦੇ।
ਕੰਧਾਂ ਉੱਪਰ ਪਾਂਡੂ ਦਾ ਪਰੋਲਾ ਫਿਰਦਾ ਤੇ ਫਰਸ਼ ਗਾਰੇ ਨਾਲ ਲਿਪਿਆ ਜਾਂਦਾ। ਕੋਈ ਗਾਰੇ ਵਿੱਚ ਪਾਣੀ ਪਾ ਰਿਹਾ ਹੁੰਦਾ, ਦੂਜਾ ਕਹੀ ਨਾਲ ਗੋਹਾ ਤੇ ਤੂੜੀ ਗਾਰੇ ਵਿੱਚ ਰਲਾ ਰਿਹਾ ਹੁੰਦਾ। ਕੋਈ ਚੀਜ਼ਾਂ ਵਸਤਾਂ ਪਰੇ ਪਰੇ ਕਰ ਰਿਹਾ ਹੁੰਦਾ ਤੇ ਕੋਈ ਲਿਪਣ ਵਿੱਚ ਮਦਦਗਾਰ ਹੁੰਦਾ। ਖੁਰਲੀਆਂ ਤੱਕ ਸਭ ਕੁਝ ਲਿਪਿਆ ਜਾਂਦਾ, ਘਰ ਦੀਆਂ ਛੱਤਾਂ ਵੀ। ਪਸ਼ੂਆਂ ਦੇ ਸਿੰਗਾਂ ਨੂੰ ਤੇਲ ਲਾ ਦਿੰਦੇ, ਚਾਰੇ ਪਾਸੇ ਸੁਗੰਧੀਆਂ। ਕੰਧਾਂ ਉੱਪਰ ਟੰਗਣ ਲਈ ਬਾਪੂ ਜੀ ਤਸਵੀਰਾਂ ਲਿਆਉਂਦੇ। ਦੱਸਿਆ ਜਾਂਦਾ ਕਿ ਜਦੋਂ ਲੇਖ ਕੇ ਕਹਿੰਦੇ ਕਿ ਉਸਦੀ ਬੇਬੇ ਨੂੰ ਉਸਨੂੰ ਨਾਨਕੇ ਤੋਰਿਆ ਤੇ ਉਸਨੂੰ ਕਿਹਾ ਕਿ ਉਹ ਆਪਦੀ ਮਾਮੀ ਨਾਲ ਅਲੱਗ ਗੱਲ ਕਰੇ ਤੇ ਆਪਦੀ ਮਾਮੀ ਨਾਲ ਅਲੱਗ। ਤੇ ਜਦੋਂ ਬੇਬੇ ਉਸਨੂੰ ਤੋਰਦੀ ਤਾਂ ਉਸਦੀ ਅੱਖਾਂ ਵਿੱਚ ਹੰਝੂ ਝਲਕਦੇ। ਤੇ ਲੇਖ ਦੱਸਦੇ ਕਿ ਮੈਂ ਉਸਨੂੰ ਕਹਿੰਦੇ ਕਿ ਮੈਂ ਕੋਈ ਸਰਹੱਦ ਲੜਨ ਤੇ ਜੰਗ ਲੜਨ ਨਹੀਂ ਚੱਲਿਆ, ਪਰ ਫਿਰ ਵੀ ਬੇਬੇ ਬੜਾ ਹੌਸਲਾ ਦਿੰਦੀ। ਤੇ ਫਿਰ ਵੀ ਦੱਸਿਆ ਜਾਂਦਾ ਹੈ ਕਿ ਉਹ ਉੱਥੇ ਜਾ ਕੇ ਜਿਵੇਂ ਬੇਬੇ ਦੇ ਕਹਿਣ ਨੂੰ ਉਸੇ ਤਰ੍ਹਾਂ ਹੀ ਆਪਦੀ ਮਾਮੇ ਤੇ ਮਾਮੀ ਨਾਲ ਗੱਲ ਕਰਦਾ। ਫਿਰ ਬੇਬੇ ਆਪਣੀ ਉਸਦੇ ਲੇਖ ਦੀ ਮਾਮੀ ਬਾਰੇ ਸਿਫਤਾਂ ਕਰਦੀ, ਉਸਦੇ ਸੋਹਣੇਪਣ ਬਾਰੇ ਸਿਫਤਾਂ ਕਰਦੀ। ਫਿਰ ਲੇਖ ਦੱਸਦਾ ਕਿ ਜਦੋਂ ਦੁਸਹਿਰੇ ਦਾ ਤਿਉਹਾਰ ਆਉਂਦਾ ਤੇ ਘਰ ਨੂੰ ਕਿਵੇਂ ਲਿਪਿਆ ਪੋਚਿਆ ਜਾਂਦਾ ਸੀ। ਸਾਰੇ ਰਲ ਕੇ ਇੱਕ ਦੂਜੇ ਦੀ ਮਦਦ ਕਰਦੇ ਸੀ। ਕੋਈ ਗਾਰੇ ਵਿੱਚ ਪਾਣੀ ਪਾਉਂਦਾ ਸੀ, ਕੋਈ ਗੋਹੇ ਤੇ ਤੂੜੀ ਨੂੰ ਰਲਾ ਰਿਹਾ ਹੁੰਦਾ ਸੀ, ਕੋਈ ਚੀਜ਼ਾਂ ਵਾਸਤੇ ਇੱਧਰ ਉੱਧਰ ਕਰ ਰਿਹਾ ਹੁੰਦਾ ਸੀ। ਸਾਰੇ ਕਹਿਣ ਦਾ ਮਤਲਬ ਕਿ ਉਸ ਸਮੇਂ ਇੱਕ ਦੂਜੇ ਦੀ ਮਦਦ ਕਰਦੇ ਸਨ। ਪਸ਼ੂਆਂ ਦੇ ਸਿੰਗਾਂ ਤੋਂ ਤੇਲ ਵੀ ਲਾਇਆ ਜਾਂਦਾ ਸੀ। ਸਾਰੇ ਚਾਰ ਚੁਫੇਰੇ ਸੁਗੰਧੀਆਂ ਹੀ ਸੁਗੰਧੀਆਂ ਉਸ 'ਚ ਨਜ਼ਰ ਆਉਂਦੀਆਂ ਸੀ। ਕਣਕਾਂ ਪੱਕਣ ਲੱਗਦੀਆਂ, ਬੱਦਲ ਚੜ੍ਹ ਆਉਂਦੇ। ਵਿਸਾਖ ਦੇ ਮਹੀਨੇ ਤੇਜ਼ ਧਾਰ ਬਾਰਿਸ਼ਾਂ ਹੁੰਦੀਆਂ। ਅਸੀਂ ਆਖਦੇ ਇਹ ਕਿਹੜੇ ਮੌਸਮ ਦਾ ਮੀਂਹ ਹੋਇਆ। ਬੇਬੇ ਆਖਦੀ ਵਿਸਾਖ ਦਾ ਮਹੀਨਾ ਦੱਸਿਆ ਕਰਦਾ ਹੈ, ਮੇਰੇ ਵਿੱਚ ਤੇ ਸਾਉਣ ਵਿੱਚ ਕੋਈ ਫਰਕ ਨਹੀਂ। ਇੰਨਾ ਕੁ ਫਰਕ ਹੈ ਕਿ ਮੇਰੇ ਪਿੱਛੇ ਤੁਰੇ ਆਉਂਦੇ ਮੇਰੇ ਪਿਛਲੱਗ ਜੇਠ ਅਤੇ ਹਾੜ ਖੇ ਉਡਾਊ ਹਨ। ਸਾਉਣ ਦੇ ਪਿੱਛੇ ਪਿੱਛੇ ਤੁਰੇ ਆਉਂਦੇ ਉਸਦੇ ਦੋਸਤ ਭਾਦੋਂ ਤੇ ਅੱਸੂ ਉਸ ਵਰਗੇ ਹਨ। ਖੌਰੂ ਪਾਊ ਤਾਂ ਸਾਉਣ ਦੀ ਕਦਰ ਬਣੀ। ਗੱਲਾਂ ਕਰਦਿਆਂ ਕਰਦਿਆਂ ਉਪਮਾ ਅਲੰਕਾਰ ਬੇਬੇ ਦੇ ਮੂੰਹੋਂ ਸਹਿਜ ਸੁਭਾਅ ਉਤਰਦੇ। ਇੱਕ ਵੇਰ ਮੈਂ ਤੇ ਬੇਬੇ ਦੋਵੇਂ ਬੱਸ ਵਿੱਚ ਬੈਠੇ ਕਿਧਰੇ ਜਾ ਰਹੇ ਸਾਂ ਤਾਂ ਦੋਹਾਂ ਨੂੰ ਅੱਡੋ ਅੱਡ ਸੀਟ ਮਿਲੀ। ਥੋੜ੍ਹੀ ਦੇਰ ਬਾਅਦ ਬੇਬੇ ਆਪਣੀ ਸੀਟ ਤੋਂ ਉੱਠ ਕੇ ਮੇਰੀ ਸੀਟ ਉੱਪਰ ਆ ਕੇ ਤੰਗ ਜਿਹੀ ਹੋ ਕੇ ਬੈਠ ਗਈ। ਮੈਂ ਉੱਠ ਕੇ ਆਉਣ ਦਾ ਕਾਰਨ ਪੁੱਛਿਆ ਤੇ ਬੋਲੀ, ਉਹ ਸੀਟ 'ਤੇ ਜਿਹੜਾ ਬੰਦਾ ਮੇਰੇ ਨਾਲ ਬੈਠਾ ਸੀ ਤਾਕੀ ਵਾਲੇ ਪਾਸੇ, ਉਸਦਾ ਮੂੰਹ ਦੇਖ। ਭੁਜੀਆ ਖਾਣ ਵੇਲੇ ਮੂੰਹ ਖੋਲ੍ਹਦਾ ਹੈ ਤਾਂ ਲੱਗਦਾ ਹੈ ਕਿ ਜਿਵੇਂ ਟੈਚੀ ਕੇਸ ਖੁੱਲ੍ਹ ਗਿਆ ਹੋਵੇ। ਭੁਜੀਆ ਖਾਈ ਜਾਂਦਾ ਹੈ, ਨਾਲ ਵਾਲੇ ਨਾਲ ਗੱਲਾਂ ਵੀ ਕਰੀ ਜਾਂਦਾ ਹੈ, ਹੱਸੀ ਵੀ ਜਾਂਦਾ ਹੈ। ਭੁਜੀਆ ਉਸਦੇ ਮੂੰਹ ਵਿੱਚ ਇਉਂ ਕਿਰਦਾ ਹੈ ਜਿਵੇਂ ਚੌਲਾਂ ਦੇ ਛਿੱਲਰ ਦੀ ਪਾਈਪ ਵਿੱਚ ਫੱਕ ਬਾਹਰ ਡਿੱਗਦੀ ਹੈ। ਉੱਥੇ ਨਹੀਂ ਬੈਠਿਆ ਜਾਂਦਾ ਮੇਰੇ ਤੋਂ। ਇਹ ਤਾਂ ਅੰਬ ਵੀ ਬੇਰ ਵਾਂਗ ਮੂੰਹ ਵਿੱਚ ਪਾਉਂਦਾ ਹੋਇਆ ਸਾਬਤ ਗੁਠਲੀ ਸਣੇ ਮੈਥੋਂ ਹਾਸਾ ਨਾ ਰੁਕਿਆ। ਬੇਬੇ ਜਿਵੇਂ ਭਾਸ਼ਾ ਦੀ ਟਕਸਾਲ ਹੋਵੇ। ਜਦੋਂ ਵੱਡਾ ਜੋਖਮ ਭਰਿਆ ਕੰਮ ਛੇੜਨ ਵੇਲੇ ਜਦੋਂ ਅਸੀਂ ਬੇਬੇ ਨਾਲ ਖਤਰਿਆਂ ਬਾਰੇ ਗੱਲ ਕਰਦੇ ਤਾਂ ਉਹ ਆਖਦੀ, ਮੱਖੀਆਂ ਦੇ ਡੰਗ ਤੋਂ ਡਰਿਆ ਆਦਮੀ ਨੇ ਮਖਿਆਲ ਖਾਣਾ ਨਹੀਂ ਛੱਡਿਆ। ਦੁਲੱਤੇ ਮਾਰਦੀਆਂ ਗਾਵਾਂ ਦਾ ਦੁੱਧ ਚੋਣੋਂ ਕੀ ਅਸੀਂ ਹਟ ਜਾਂਦੇ ਹਾਂ। ਕਦੀ ਕਿਹਾ ਹੈ ਕਿਸੇ ਨੇ ਕਿ ਇੰਨੀ ਤੂੜੀ ਵਿੱਚ ਕੌਣ ਦਾਣੇ ਕੱਢਦਾ ਫਿਰੇ। ਖੇਤ ਇਸੇ ਕਰਕੇ ਨਹੀਂ ਵਾਹਣ ਜਾਵਾਂਗੇ ਕਿ ਕੰਡਿਆਲੀ ਬੜੀ ਹੈ। ਕਿਲੇ ਦੀ ਕੰਧ ਵਾਂਗ ਜੰਮੀਆਂ ਹੋਈਆਂ ਰੋਈਆਂ ਤੋੜ ਕੇ ਤਿਆਰ ਕੀਤੀ ਜ਼ਮੀਨ ਦੇ ਅੰਨ ਦੀ ਰੋਟੀ ਪਕਾ ਕੇ ਖਾਧੀ ਹੈ ਅਸਾਂ। ਤੁਸੀਂ ਮਾੜੇ ਕੁ ਖਤਰੇ ਤੋਂ ਘਬਰਾ ਗਏ। ਜਵਾਨੀ ਦੇ ਦਿਨੀ ਇੰਨੀ ਤਾਕਤ ਹੋਇਆ ਕਰਦੀ ਸੀ, ਇੰਨਾ ਹੌਸਲਾ ਕਿ ਪਿਆਸ ਲੱਗਦੀ ਹੈ। ਫਿਰ ਕੀ ਹੋਇਆ ਜੇ ਪਾਣੀ ਨਹੀਂ। ਖੂਹ ਪੁੱਟੋ ਤੇ ਪਾਣੀ ਪੀਓ। ਔਖੀ ਚੀਜ਼ ਹੈ ਕਿਹੜੀ ਜੇ ਰੱਬ ਸਾਥ ਦੇਵੇ। ਭਰੋਸਾ ਰੱਖੋ, ਗੁਰੂ ਤੁਹਾਡੇ ਅੰਗ ਸੰਗ ਹੈ। ਲੇਖ ਦੱਸਦੇ ਕਿ ਇੱਕ ਵਾਰੀ ਉਹ ਬੇਬੇ ਨਾਲ ਸਫ਼ਰ ਕਰਨ ਜਾਂਦਾ ਹੈ। ਸਾਨੂੰ ਅਲੱਗ-ਅਲੱਗ ਸੀਟ ਮਿਲਦੀ ਹੈ। ਬੇਬੇ ਕੁਛ ਟਾਈਮ ਬਾਅਦ ਉੱਠ ਕੇ ਮੇਰੇ ਨਾਲ ਔਖੀ ਹੋ ਕੇ ਬੈਠ ਜਾਂਦੀ ਹੈ। ਮੈਂ ਬੇਬੇ ਤੋਂ ਪੁੱਛਦਾ ਕਿ ਉਹ ਮੇਰੇ ਨਾਲ ਆ ਕੇ ਕਿਉਂ ਬੈਠੀ, ਤਾਂ ਉਹ ਦੱਸਦੀ ਹੈ ਕਿ ਜਿਹੜਾ ਬੰਦਾ ਉਸ ਨਾਲ ਬੈਠਾ ਸੀ ਉਹ ਭੁਜੀਆ ਖਾ ਰਿਹਾ ਸੀ ਤੇ ਨਾਲ ਨਾਲ ਬੋਲੀ ਜਾ ਰਿਹਾ ਸੀ। ਭੁਜੀਆ ਖਾਂਦਾ ਉਸਦੇ ਮੂੰਹ ਵਿੱਚੋਂ ਭੁਜੀਆ ਇਸ ਤਰ੍ਹਾਂ ਕਿਰ ਰਿਹਾ ਸੀ ਜਿਵੇਂ ਚੌਲਾਂ ਦੇ ਛੈਲਰ ਦੀ ਪਾਈਪ ਵਿੱਚੋਂ ਫੱਕ ਡਿੱਗਦੀ ਹੋਵੇ। ਤੇ ਜਦੋਂ ਵੀ ਕਿਸੇ ਔਖੇ ਕੰਮ ਬਾਰੇ ਪੁੱਛਦੇ ਤਾਂ ਬੇਬੇ ਬੜਾ ਹੌਸਲਾ ਦਿੰਦੀ। ਬੇਬੇ ਨੂੰ ਜੇ ਪਤਾ ਲੱਗਦਾ ਕਿ ਕਿਸੇ ਗੁਆਂਢੀ ਨੇ ਆਪਣੀ ਜਨਾਨੀ ਉੱਪਰ ਹੱਥ ਚੁੱਕਿਆ ਹੈ ਤਾਂ ਉਹ ਲਾਂਭਾ ਦੇਣ ਉਹਨਾਂ ਦੇ ਘਰ ਜਾਂਦੀ। ਆਖਦੀ, ਵੇ ਧਰਤੀ ਨੂੰ ਕੁੱਟ ਲਿਆ, ਜਿਹਾ ਜਨਾਨੀ ਨੂੰ ਕੁੱਟ ਲਿਆ। ਇਸ ਵਿੱਚ ਕਾਹਦੀ ਸੁਰਮਗਤੀ, ਕੋਈ ਹੈ ਸ਼ਰਮ ਹੈ ਤੈਨੂੰ। ਡੋਬ ਦੇਏਗਾ ਇਸ ਗਊ ਦਾ ਹੋਕਾ। ਰੋਟੀ ਪੱਕਦੀ ਬੁਰੀ ਲੱਗਣ ਲੱਗੀ ਤੈਨੂੰ ਬੇਸ਼ਰਮ। ਸੁਣ ਕੇ ਸਾਰੇ ਸੁੰਨ ਹੋ ਜਾਂਦੇ। ਇੱਕ ਵਾਰ ਪਿੰਡ ਕਿਸੇ ਦੇ ਘਰ ਗਈ। ਬੇਬੇ ਆ ਕੇ ਕਹਿਣ ਲੱਗੀ, ਬੜਾ ਵੱਡਾ ਟੱਬਰ ਹੈ ਉਹਨਾਂ ਦਾ। ਮੈਂ ਪੁੱਛਿਆ, ਤੁਸੀਂ ਕਿੱਥੋਂ ਦੇਖ ਲਿਆ ਸਾਰਾ ਟੱਬਰ। ਬੇਬੇ ਨੇ ਹੱਸ ਕੇ ਕਿਹਾ, ਟੱਬਰ ਦੇਖ ਕੇ ਕੀ ਕਰਨਾ ਸੀ, ਕਰਤਾਰ ਕੁਰ ਰੋਟੀਆਂ ਪਕਾਉਂਦੀ ਦੇਖੀ। ਵੱਡੀ ਪਰਾਤ ਵਿੱਚ ਗੁੰਨਿਆ ਹੋਇਆ ਆਟਾ ਇਉਂ ਲੱਗਦਾ ਸੀ ਜਿਵੇਂ ਭੇਡ ਮਾਰ ਕੇ ਲਟਾਈ ਹੋਵੇ। ਮੈਨੂੰ ਖੂਬ ਹਾਸਾ ਆਇਆ।
ਬੇਬੇ ਕਹਿੰਦੇ ਇੱਕ ਵਾਰ ਕਿਸੇ ਦੇ ਘਰੇ ਜਾਂਦੀ ਤੇ ਜਾ ਆ ਕੇ ਕਹਿੰਦੀ ਕਿ ਉਹਨਾਂ ਦਾ ਤਾਂ ਟੱਬਰ ਹੀ ਬਹੁਤ ਵੱਡਾ ਹੈ। ਲੈ ਕੇ ਕਹਿੰਦੇ ਕਿ ਤੈਨੂੰ ਉਹਨਾਂ ਦੇ ਟੱਬਰ ਦਾ ਕਿਵੇਂ ਪਤਾ ਲੱਗਿਆ? ਕਹਿੰਦੀ ਮੈਂ ਉਹਨਾਂ ਦਾ ਟੱਬਰ ਤਾਂ ਨਹੀਂ ਦੇਖਿਆ, ਪਰ ਜਿਹੜਾ ਪਰਾਤ ਵਿੱਚ ਆਟਾ ਸੀ ਉਹਦੇ ਤੋਂ ਪਤਾ ਲੱਗ ਗਿਆ ਸੀ ਕਿ ਇਹਨਾਂ ਦਾ ਟੱਬਰ ਕਿੱਡਾ ਵੱਡਾ ਹੈ। ਸੁਨੇਹਾ ਮਿਲਿਆ, ਬੇਬੇ ਜੀ ਨੇ ਸੱਦਿਆ ਹੈ, ਹੁਣੇ ਚਲੇ ਜਾਣਾ। ਮੈਂ ਤੁਰੰਤ ਗਿਆ ਤੇ ਹਾਲ ਚਾਲ ਪੁੱਛਿਆ। ਬੇਬੇ ਕਹਿਣ ਲੱਗੀ ਇੰਨੇ ਦਿਨ ਆਇਆ ਕਿਉਂ ਨਹੀਂ? ਮੈਂ ਦੱਸਿਆ ਕਿ ਡਿਊਟੀ ਦੇ ਕੰਮ ਕਾਜ ਬਹੁਤ ਹਨ ਤੇ ਤੁਹਾਡੇ ਕੋਲ ਰੌਣਕ ਤਾਂ ਲੱਗੀ ਹੀ ਰਹਿੰਦੀ ਹੈ। ਬੇਬੇ ਨੇ ਕਿਹਾ ਇਹ ਰੌਣਕਾਂ ਮੈਂ ਕੀ ਕਰਨੀਆਂ ਹਨ? ਮੈਂ ਜਿੰਦਰਾ ਹਾਂ ਜਿਹੜਾ ਕਿਸੇ ਵੱਡੇ ਕਿਲੇ ਨੂੰ ਲੱਗਾ ਹੁੰਦਾ ਹੈ। ਮੇਰੇ ਬੱਚੇ ਇਸ ਜਿੰਦਰੇ ਦੀਆਂ ਕੁੰਜੀਆਂ ਹਨ। ਤੁਹਾਡੇ ਆਉਣ ਵਾਲੇ ਜਿੰਦਰਾ ਖੁੱਲ੍ਹਦਾ ਹੈ, ਰੌਣਕਾਂ ਨਾਲ ਨਹੀਂ। ਮੈਂ ਹੁਣ ਮਿੱਟੀ ਦਾ ਬਹੁਤ ਵੱਡਾ ਤੇ ਪੁਰਾਣਾ ਥੇ ਹਾਂ। ਇਸ ਨੂੰ ਫਰੋਲਾਂਗਾ ਤੇ ਕਈ ਕੁਝ ਮਿਲੇਗਾ। ਠਿੱਕਰੇ ਨਿਕਲਣਗੇ, ਹੱਡੀਆਂ ਮਿਲਣਗੀਆਂ, ਵੱਡਾ ਖਜ਼ਾਨਾ ਨਾ ਸਹੀ ਕੋਈ ਸਿੱਕਾ ਕੋਈ ਗਹਿਣਾ ਲੱਭ ਸਕਦਾ ਹੈ। ਆਖਿਰ ਇੱਥੇ ਇੱਕ ਦੇਸ਼ ਵਸਦਾ ਹੈ, ਕਦੀ ਜੋ ਹੁਣ ਥੇ ਹੋ ਗਿਆ ਹੈ। ਕਦੇ ਕਦਾਈ ਆ ਕੇ ਇਸ ਨੂੰ ਫਰੋਲ ਫਰਾਲ ਜਾਇਆ ਕਰ। ਬੇਬੇ ਇੱਕ ਦਿਨ ਕਹਿਣ ਲੱਗੀ ਕਿੰਨੇ ਪਾਪੀ ਹੋ ਗਏ ਨੇ ਤੇਰੇ ਪਿੰਡ ਦੇ ਲੋਕ, ਮੋਰਾਂ ਨੂੰ ਮਾਰ ਕੇ ਖਾ ਜਾਂਦੇ ਨੇ। ਮੁਰਗਾਬੀਆਂ ਦਾ ਕੀ, ਕੁੰਜਾਂ ਨੂੰ ਵੀ ਨਹੀਂ ਛੱਡਦੇ। ਕੋਈ ਉੱਚੀ ਦੇ ਕੇ ਮੋਰ ਵਾਂਗ ਕਿਆਕੋ ਕਹਿ ਦੇ ਤਾਂ ਦੜੇ ਗੋਲੀ ਮਾਰ ਦੇਣ। ਇਹ ਗਿਰਜਾਂ ਤਾਂ ਨੇ ਰਹੀਆਂ ਨਹੀਂ ਹੁਣ। ਇਹ ਵੱਡਾ ਰੋੜੀ ਵਿੱਚ ਕਿਉਂ ਨਹੀਂ ਜਾ ਬੈਠਦੇ ਮੁਰਦਾਰ ਖਾਣ। ਬੇਬੇ ਨੂੰ ਹੁਣ ਘੱਟ ਸੁਣਦਾ, ਘੱਟ ਦਿਸਦਾ ਹੈ। ਸਾਨੂੰ ਦੇਖ ਕੇ ਕਦੀ ਖੁਸ਼ ਹੋ ਜਾਂਦੀ ਹੈ, ਕਦੀ ਉਦਾਸ। ਮੈਂ ਕਿਹਾ ਅਸੀਂ ਖੁਸ਼ੀ ਦੀ ਗੱਲ ਤਾਂ ਦੱਸ ਦਿੰਦੇ ਹਾਂ, ਕਈ ਵਾਰ ਉਦਾਸ ਕਰਨ ਵਾਲੀ ਗੱਲ ਨਹੀਂ ਦੱਸਦੇ। ਬੇਬੇ ਨੇ ਕਿਹਾ ਮੈਨੂੰ ਪਤਾ ਲੱਗ ਜਾਂਦਾ ਹੈ ਤੁਹਾਡੀ ਤੌਰ ਤੋਂ। ਗੱਲਾਂ ਕਰਦਿਆਂ ਤੇ ਤੁਹਾਡੇ ਚਿਹਰੇ ਦੇਖਦੀ ਹਾਂ। ਗੱਲ ਨਹੀਂ ਸੁਣਦੀ ਪਰ ਪਤਾ ਲੱਗ ਜਾਂਦਾ ਤੁਸੀਂ ਦੁੱਖ ਵਿੱਚ ਹੋ ਕਿ ਸੁੱਖ ਵਿੱਚ। ਬੇਬੇ ਦੀ ਉਮਰ 90 ਸਾਲ ਤੋਂ ਉੱਤੇ ਹੋ ਗਈ। 16 ਸਾਲ ਦੀ ਉਮਰ ਵਿੱਚ ਉਹ ਮੇਰੇ ਪਿੰਡ ਵਿਆਹੀ ਹੋਈ ਆਈ। ਹੁਣ ਤੱਕ ਮੇਰਾ ਪਿੰਡ ਉਸਦਾ ਪਿੰਡ ਨਹੀਂ ਬਣਿਆ। ਉਸਦਾ ਪਿੰਡ ਉਹੀ ਹੈ ਜਿੱਥੇ ਉਸਦਾ ਜਨਮ ਹੋਇਆ। ਗੱਲਾਂ ਕਰਦਿਆਂ ਹਮੇਸ਼ਾ ਇਹ ਆਖਦੀ ਤੇਰੇ ਪਿੰਡ ਮੈਂ ਇਉਂ ਕੀਤਾ। ਇੱਕ ਦਿਨ ਬੇਬੇ ਨੇ ਸਾਨੂੰ ਬੁਲਾ ਕੇ ਕਿਹਾ ਹੁਣ ਮੈਂ ਜਿਉਂਦੀ ਹਾਂ, ਤੁਸੀਂ ਸਾਰੇ ਭਾਬੀ ਭੈਣ ਰਿਸ਼ਤੇਦਾਰ ਆ ਕੇ ਇੱਥੇ ਮਿਲਦੇ ਰਹੋ ਤਾਂ ਆਪਸ ਵਿੱਚ ਵੀ ਮਿਲ ਲੈਂਦੇ ਹੋ। ਜਦੋਂ ਮੈਂ ਨਾ ਰਹੀ ਇਹ ਰਾਜਧਾਨੀ ਟੁੱਟ ਜਾਏਗੀ। ਤੁਸੀਂ ਬੜੀ ਤਰੱਕੀ ਕੀਤੀ, ਹੋਰ ਕਰੋਗੇ। ਤੁਹਾਡੇ ਬੱਚੇ ਤੁਹਾਡੇ ਤੋਂ ਅੱਗੇ ਲੰਘਣਗੇ, ਖੁਸ਼ਹਾਲ ਹੋਵੋਗੇ, ਇਸ ਪਾਸੇ ਲੰਘਿਆ ਕਰੋਗੇ ਤਾਂ ਹੌਲੀ ਦੇਖ ਕੇ ਆਪਣੇ ਆਪ ਨੂੰ ਕਿਹਾ ਕਰੋਗੇ ਇੱਥੇ ਸਾਡੀ ਮਾਂ ਰਿਹਾ ਕਰਦੀ ਸੀ। ਹੈਗੀ ਤਾਂ ਬੋਲੀ ਜਿਹੀ ਸੀ ਪਰ ਸੀ ਚੰਗੀ। ਇਸ ਘਰ ਵਿੱਚ ਦੇਖਦੇ ਦੇਖਦੇ ਤੁਸੀਂ ਅੱਗੇ ਲੰਘ ਜਾਇਆ ਕਰੋਗੇ। ਮੇਰੇ ਪਿੱਛੋਂ ਇਸ ਘਰ ਵਿੱਚ ਆਉਣ ਨੂੰ ਤੁਹਾਡਾ ਦਿਲ ਨਹੀਂ ਕਰਿਆ ਕਰੇਗਾ। ਮੇਰਾ ਛੋਟਾ ਭਰਾ ਬੰਦਗੀ ਕਰਨ ਵਾਲਿਆਂ ਵਾਂਗ ਬਿਰਧ ਮਾਪਿਆਂ ਦੀ ਸੇਵਾ ਕਰਦਾ ਹੈ। ਹਰ ਖੁਸ਼ੀ ਗਮੀ ਤੇ ਤਿੱਥ ਤਿਉਹਾਰ ਵਕਤ ਅਸੀਂ ਸਾਰੇ ਜਣੇ ਉਸ ਦੀ ਕੋਠੀ ਜਾ ਪੁੱਜਦੇ ਹਾਂ ਤਾਂ ਰੌਣਕਾਂ ਖੁਸ਼ੀਆਂ ਅਤੇ ਮਿਲਾਪਾਂ ਦਾ ਮੇਲਾ ਲੱਗ ਜਾਂਦਾ ਹੈ। ਇਸ ਮੇਲੇ ਵਿੱਚ ਜਦੋਂ ਅਸੀਂ ਵਿਦਾ ਹੋ ਗਏ ਘਰੋਂ ਘਰੀ ਜਾਣ ਲੱਗਦੇ ਹਾਂ ਤਾਂ ਛੋਟਾ ਭਰਾ ਹੋਲੀ ਦੇ ਕੇ ਪੁੱਛਿਆ ਕਰਦਾ ਹੈ ਜਦੋਂ ਬੇਬੇ ਬਾਪੂ ਨਾ ਰਹੇ ਉਦੋਂ ਵੀ ਆਇਆ ਕਰੋਗੇ ਹੁਣ ਵਾਂਗ? ਮੇਰੇ ਸੁਪਨਿਆਂ 'ਚ ਬੇਬੇ ਕਦੀ ਮਿਰਚਾਂ ਤੋੜਦੀ ਫਿਰਦੀ ਖੇਤ ਵਿੱਚ, ਕਦੀ ਕਪਾਹ ਚੁਗਦੀ, ਕਦੇ ਵਸ਼ਰੂਆਂ ਦੀਆਂ ਬੂਥੀਆਂ ਪਲੋਸ ਰਹੀ ਹੁੰਦੀ, ਕਦੇ ਮੱਝਾਂ ਨੂੰ ਥਾਪੀਆਂ ਦੇ ਰਹੀ ਹੁੰਦੀ। ਫਟੇ ਪੁਰਾਣੇ ਟਾਕੀਆਂ ਵਾਲੇ ਖੱਦਰ ਦੇ ਕੱਪੜੇ ਪਾਈ ਮਿੱਟੀ ਘੱਟੇ ਵਿੱਚ ਲੱਥ-ਪੱਥ ਉਹ ਕਦੀ ਝਾੜੂ ਦਿੰਦੀ ਦਿਸਦੀ, ਕਦੀ ਪਾਥੀਆਂ ਪੱਥਦੀ। ਇਸ ਵਿੱਚ ਬੇਬੇ ਆਪਣੇ ਆਪ ਨੂੰ ਜਿੰਦਰਾ ਕਹਿੰਦੀ ਤੇ ਆਪਣੇ ਬੱਚਿਆਂ ਨੂੰ ਜਿੰਦਰੇ ਦੀਆਂ ਚਾਬੀਆਂ, ਕਿ ਬੱਚਿਆਂ ਦੇ ਆਉਣ ਨਾਲ ਜਿਹੜਾ ਜਿੰਦਰਾ ਖੁੱਲ੍ਹਦਾ, ਉਹਨਾਂ ਦੀ ਖੁਸ਼ੀਆਂ ਆਉਣ ਨਾਲ ਕਿ ਜਿਹੜਾ ਜਿੰਦਰਾ ਖੁੱਲ੍ਹਦਾ। ਬੇਬੇ ਨੇ ਕਹਿੰਦੇ ਹੁਣ 90 ਸਾਲ ਦੀ ਹੋ ਚੁੱਕੀ ਹੈ। 16 ਸਾਲ ਦੀ ਉਸ ਪਿੰਡ ਵਿੱਚ ਵਿਆਹੀ ਆਈ ਸੀ। ਜਿਹੜਾ ਵੀ ਕੋਈ ਕੰਮ ਕਰਦੀ ਸੀ ਤਾਂ ਉਹ ਇਹੀ ਕਹਿੰਦੀ ਸੀ ਕਿ ਮੈਂ ਤੇਰੇ ਪਿੰਡ ਵਿੱਚ ਆਹ ਕੰਮ ਕੀਤਾ। ਮੇਰਾ ਪਿੰਡ ਤਾਂ ਉਹ ਹੈ ਜਿੱਥੇ ਮੈਂ ਜੰਮੀ ਸੀ। ਇਹ ਤਾਂ ਤੇਰਾ ਪਿੰਡ ਹੈ ਜਿੱਥੇ ਮੈਂ ਆਹ ਕੰਮ ਕੀਤਾ, ਉਹ ਕੰਮ ਕਰ ਲਿਆ। ਸਾਰੇ ਕੰਮ ਆਪਣੀ ਗਿਣਾ ਕੇ ਦੱਸਦੀ ਹੈ। ਬੇਬੇ ਨੂੰ ਚਾਹੇ ਹੁਣ ਸੁਣਦਾ ਘੱਟ ਸੀ ਪਰ ਫਿਰ ਵੀ ਕਹਿੰਦੇ ਉਹ ਸਾਡੇ ਤੋਂ ਪਤਾ ਕਰ ਲੈਂਦੇ ਸੀ ਕਿ ਇਹ ਦੁਖੀ ਨੇ ਕਿ ਸੁਖੀ ਨੇ। ਜੇ ਉਹਨੂੰ ਪੁੱਛਣਾ ਕਿ ਬੇਬੇ ਤੈਨੂੰ ਸੁਣਦਾ ਘੱਟ ਹੈ, ਤੈਨੂੰ ਦੁੱਖਾਂ ਦਾ ਕਿਵੇਂ ਪਤਾ ਲੱਗਦਾ, ਤਾਂ ਉਹ ਕਹਿ ਦਿੰਦੀ ਹੈ ਕਿ ਮੈਨੂੰ ਤੁਹਾਡੀ ਬੋਲ ਤੋਂ, ਤੁਹਾਡੀ ਤੋਰ ਤੋਂ ਪਤਾ ਲੱਗਦਾ ਹੈ ਕਿ ਜਦੋਂ ਤੁਸੀਂ ਹੌਲੀ ਬੋਲਦੇ ਹੋ ਜਾਂ ਤੁਹਾਡੀ ਤੋਰ ਦੱਸਦੇ, ਤੁਹਾਡੇ ਚਿਹਰੇ ਦੱਸ ਦਿੰਦੇ ਮੈਨੂੰ ਕਿ ਤੁਸੀਂ ਹੁਣ ਖੁਸ਼ ਹੋ ਕਿ ਦੁਖੀ ਹੋ। ਫਿਰ ਉਹ ਦੱਸਦੀ ਕਿ ਜਦੋਂ ਮੈਂ ਮਰ ਗਈ ਤਾਂ ਤੁਸੀਂ ਯਾਦ ਕਰਿਆ ਕਰੋਗੇ ਕਿ ਸਾਡੀ ਬੇਬੇ ਹੁੰਦੀ ਸੀ ਅਤੇ ਹੁਣ ਤੁਸੀਂ ਆ ਜਾਣੇ, ਫਿਰ ਤੁਸੀਂ ਆਖਿਆ ਕਰੋਗੇ ਸਾਡੀ ਬੇਬੇ ਬਹੁਤ ਚੰਗੀ ਸੀ, ਸੁਣਦਾ ਘੱਟ ਸੀ ਪਰ ਦਿਲ ਦੀ ਬਹੁਤ ਚੰਗੀ ਸੀ। ਫਿਰ ਬੇਬੇ ਦੱਸਦੀ ਕਿ ਮੇਰੇ ਪਿੱਛੋਂ ਵੀ ਤੁਸੀਂ ਇਸੇ ਤਰ੍ਹਾਂ ਹੀ ਖੁਸ਼ੀਆਂ ਨੂੰ ਬਰਕਰਾਰ ਰੱਖਿਓ। ਅਤੇ ਫਿਰ ਲੇਖ ਦੱਸਦੇ ਕਿ ਮੈਨੂੰ ਬੇਬੇ ਉਸੇ ਤਰ੍ਹਾਂ ਹੀ ਮਿਰਚਾਂ ਤੋੜਦੀ, ਖੇਤਾਂ ਵਿੱਚ ਕੰਮ ਕਰਦੀ, ਵਛਰੂਆਂ ਦੀਆਂ ਬੂਥੀਆਂ ਪਲੋਸਦੀ ਹੋਈ ਨਜ਼ਰ ਆਉਂਦੀ, ਕਦੀ ਥਾਪੀਆਂ ਥੱਪਦੀ ਨਜ਼ਰ ਆਉਂਦੀ ਫਟੇ ਪੁਰਾਣੇ ਕੱਪੜਿਆਂ ਵਿੱਚ। ਇਹ ਸੀ ਬੇਟਾ ਆਪਣਾ ਵਾਰਤਕ ਭਾਗ ਵਿੱਚੋਂ ਬੇਬੇ ਜੀ। ਉਮੀਦ ਹੈ ਕਿ ਸਮਝ ਆਈ ਹੋਵੇਗੀ। ਥੈਂਕ ਯੂ।